In today's lecture, we are going to discuss the second application of Gauss's theorem, that is electric field due to a uniformly charged hollow sphere। ਬੇਟਾ ਸਾਡੇ ਕੋਲ ਇੱਕ ਹੋਲੋ ਸਫੀਅਰ ਹੈ ਜਿਸ ਨੂੰ ਅਸੀਂ ਯੂਨੀਫਾਰਮਲੀ ਚਾਰਜਡ ਕੀਤਾ ਹੈ। ਇਸ ਹੋਲੋ ਸਫੀਅਰ ਨੂੰ ਬੇਟਾ ਅਸੀਂ ਸਫੈਰਿਕਲ ਜਿਹੜਾ ਹੈ ਸ਼ੈਲ ਵੀ ਕਹਿੰਦੇ ਹਾਂ। ਇਸ ਹੋਲੋ ਸਫੀਅਰ ਦਾ ਬੇਟਾ ਅਸੀਂ ਇਲੈਕਟ੍ਰਿਕ ਫੀਲਡ ਨਿਕਾਲਣਾ ਹੈ ਵਿਦ ਦਾ ਹੈਲਪ ਆਫ ਗੌਸਿਸ ਥਿਊਰਮ। ਮੰਨ ਲਓ ਸਾਡੇ ਕੋਲ ਇੱਕ ਬੇਟਾ ਹੋਲੋ ਸਫੀਅਰ ਹੈ ਜਿਸ ਦਾ ਰੇਡੀਅਸ r ਹੈ, कैपिटल R इज़ द रेडियस। इसनूं बेटा असी यूनीफॉर्मली चार्ज कर लिया तो यदी जिहड़ी है यूनीफॉर्म सरफेस चार्ज डेंसिटी बेटा सिग्मा है। सिग्मा इज़ द सरफेस चार्ज डेंसिटी। बेटा P जिहड़ा है साडा ऑब्जरवेशन पॉइंट है जिथे असी इलैक्ट्रिक फील्ड इंटेंसिटी जिहड़ी है निकालनी है इस सफेरिकल शैल दी जिन्हों बेटा चार्ज किया है। ਹੁਣ ਬੇਟਾ ਸਾਡੇ ਕੋਲ 3 ਕੇਸਿਸ ਬਣਦੇ ਨੇ। ਜਿਹੜਾ ਇਹ ਸਾਡਾ ਆਬਜ਼ਰਵੇਸ਼ਨ ਪੁਆਇੰਟ ਹੈ ਬੇਟਾ, ਇੱਕ ਤੇ ਹੈ ਸ਼ੈਲ ਦੇ ਇਨਸਾਈਡ ਵੀ ਹੋ ਸਕਦਾ ਹੈ। ਹੋਰ ਬੇਟਾ ਇਹ ਜਿਹੜਾ ਆਬਜ਼ਰਵੇਸ਼ਨ ਪੁਆਇੰਟ ਹੈ ਸ਼ੈਲ ਦੇ ਆਊਟਸਾਈਡ ਵੀ ਹੋ ਸਕਦਾ ਹੈ, ਜਾਂ ਬੇਟਾ ਜਿਹੜਾ ਆਬਜ਼ਰਵੇਸ਼ਨ ਪੁਆਇੰਟ ਹੈ ਔਨ ਦਾ ਸਰਫੇਸ ਆਫ ਸ਼ੈਲ। ਬੇਟਾ ਅਸੀਂ 3 ਕੇਸਿਸ ਦੇ ਵਿੱਚ ਜਿਹੜਾ ਹੈ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਨਿਕਾਲਾਂਗੇ। ਪਹਿਲਾ ਕੇਸ ਸਾਡਾ ਹੈ ਕਿ ਜਦੋਂ ਆਬਜ਼ਰਵੇਸ਼ਨ ਪੁਆਇੰਟ ਸਾਡਾ ਬੇਟਾ ਆਊਟਸਾਈਡ ਦਾ ਸ਼ੈਲ। ਨਾਓ ਬੇਟਾ ਅਸੀਂ ਗੌਸਿਸ ਥਿਊਰਮ ਅਪਲਾਈ ਕਰਕੇ ਇਹ ਤਿੰਨੋਂ ਰਿਜ਼ਲਟ ਜਿਹੜੇ ਹਨ ਨਿਕਾਲਣ ਜਾ ਰਹੇ ਹਾਂ। ਆਓ ਬੇਟਾ ਅਸੀਂ ਪਹਿਲਾਂ ਇਹਦੀ ਡਾਇਗਰਾਮ ਦੇਖਦੇ ਹਾਂ। ਬੇਟਾ ਕੇਸ ਫਸਟ, ਇਲੈਕਟ੍ਰਿਕ ਫੀਲਡ ਆਊਟਸਾਈਡ ਦਾ ਸ਼ੈਲ। ਬੇਟਾ ਜਿਹੜਾ ਤੁਹਾਡੇ ਕੋਲ ਇੱਕ ਛੋਟਾ ਤੁਹਾਨੂੰ ਹੈ ਸਫੀਅਰ ਨਜ਼ਰ ਆ ਰਿਹਾ ਹੋਲੋ ਸ਼ੈਲ। ਬੇਟਾ ਆਹ ਸਾਡਾ ਸ਼ੈਲ ਹੈ ਜਿਸ ਦਾ ਰੇਡੀਅਸ ਕੈਪੀਟਲ R ਹੈ, ਜਿਸ ਨੂੰ ਬੇਟਾ ਅਸੀਂ ਯੂਨੀਫਾਰਮਲੀ ਦੇਖੋ ਬੇਟਾ ਚਾਰਜ ਕੀਤਾ ਹੋਇਆ ਹੈ। P is a point at distance small r from the center of the shell। ਇੱਥੇ ਬੇਟਾ ਅਸੀਂ ਜਿਹੜਾ ਹੈ ਇਲੈਕਟ੍ਰਿਕ ਫੀਲਡ ਦੀ ਇੰਟੈਂਸਿਟੀ ਜਿਹੜਾ ਬੇਟਾ ਅਸੀਂ ਨਿਕਾਲਣੀ ਹੈ। ਇਹ ਪੁਆਇੰਟ ਵੀ ਬੇਟਾ ਸ਼ੈਲ ਤੋਂ ਬਾਹਰ ਹੈ। ਬੇਟਾ ਸਾਨੂੰ ਇੱਕ ਚੀਜ਼ ਪਤਾ ਹੈ ਕਿ ਜਦੋਂ ਵੀ ਅਸੀਂ ਗੌਸਿਸ ਥਿਊਰਮ ਨੂੰ ਅਪਲਾਈ ਕਰਨਾ ਹੈ ਤੇ ਸਾਨੂੰ ਪਹਿਲਾਂ ਚਾਰਜ ਨੂੰ ਇੱਕ ਕਲੋਜ਼ਡ ਸਰਫੇਸ ਵਿੱਚ ਬੇਟਾ ਸਾਨੂੰ ਬੰਦ ਕਰਨਾ ਪਏਗਾ, ਐਨਕਲੋਜ਼ ਕਰਨਾ ਪਏਗਾ। ਜਿੰਨੀ ਦੇਰ ਤੱਕ ਅਸੀਂ ਬੇਟਾ ਚਾਰਜ ਐਨਕਲੋਜ਼ ਨਹੀਂ ਕਰਦੇ ਓਨੀ ਦੇਰ ਤੱਕ ਬੇਟਾ ਅਸੀਂ ਗੌਸਿਸ ਥਿਊਰਮ ਜਿਹੜੀ ਹੈ ਉਹ ਅਪਲਾਈ ਨਹੀਂ ਕਰ ਸਕਦੇ। ਬੇਟਾ ਜਿਹੜਾ ਗੌਸ਼ੀਅਨ ਸਰਫੇਸ ਹੈ ਜਿਹੜਾ ਚਾਰਜ ਇਨਕਲੋਜ਼ ਕਰਦਾ ਹੈ ਉਹਦੀ ਸ਼ੇਪ ਬੇਟਾ ਇਲੈਕਟ੍ਰਿਕ ਫੀਲਡ ਜਿਹੜਾ ਹੈ ਉਹਦੀ ਡਿਸਟ੍ਰੀਬਿਊਸ਼ਨ ਦੇ ਉੱਪਰ ਡਿਪੈਂਡ ਕਰਦੀ ਹੈ ਕਿ ਇਲੈਕਟ੍ਰਿਕ ਫੀਲਡ ਦੀ ਜਿਹੜੀ ਹੈ ਨੇਚਰ ਕਿਸ ਤਰ੍ਹਾਂ ਦੀ ਹੈ, ਉਹਦੀ ਸਿਮੈਟਰੀ ਕਿਸ ਤਰ੍ਹਾਂ ਦੀ ਹੈ। ਬੇਟਾ ਇੱਥੇ ਸਾਡੇ ਕੋਲ ਚਾਰਜ ਦੇਖੋ ਬੇਟਾ ਔਨ ਦਾ ਸਰਫੇਸ ਆਫ ਸ਼ੈਲ ਹੈ। ਇਹਦਾ ਇਲੈਕਟ੍ਰਿਕ ਫੀਲਡ ਬੇਟਾ ਹਰ ਜਗ੍ਹਾ ਤੇ ਰੇਡੀਅਲੀ ਜਿਹੜਾ ਹੈ ਆਊਟਵਰਡ ਆਏਗਾ। ਹਰ ਪਾਸੋਂ ਬੇਟਾ ਇਲੈਕਟ੍ਰਿਕ ਫੀਲਡ ਰੇਡੀਅਲੀ ਆਊਟਵਰਡ ਹੋਣ ਕਰਕੇ ਸਾਡੇ ਕੋਲ ਜਿਹੜਾ ਹੈ ਗੌਸ਼ੀਅਨ ਸਰਫੇਸ ਦੀ ਜਿਹੜੀ ਸ਼ੇਪ ਹੈ ਇਟ ਵਿਲ ਬੀ ਸਫੈਰਿਕਲ ਸਿਮੈਟਰੀ। ਇਟ ਮੀਨਸ ਗੌਸ਼ੀਅਨ ਸਰਫੇਸ ਸਾਡਾ ਬੇਟਾ ਸਫੈਰਿਕਲ ਸ਼ੇਪ 'ਚ ਹੋਏਗਾ। ਪਿੱਛੇ ਬੇਟਾ ਅਸੀਂ ਜਿਹੜਾ ਆਰਟੀਕਲ ਪਹਿਲਾਂ ਕੀਤਾ ਇਲੈਕਟ੍ਰਿਕ ਫੀਲਡ ਅਸੀਂ ਸਟਰੇਟ ਵਾਇਰ ਦਾ ਨਿਕਾਲਿਆ ਬੇਟਾ, ਉੱਥੇ ਇਲੈਕਟ੍ਰਿਕ ਫੀਲਡ ਦੀ ਜਿਹੜਾ ਬੇਟਾ ਸਿਮੈਟਰੀ ਸੀਗੀ ਉਹ ਸਿਲੰਡਰੀਕਲ ਸਿਮੈਟਰੀ ਸੀਗੀ। ਇਸ ਕਰਕੇ ਬੇਟਾ ਉੱਥੇ ਜਿਹੜਾ ਗੌਸ਼ੀਅਨ ਸਰਫੇਸ ਦੀ ਜਿਹੜੀ ਸ਼ੇਪ ਹੈ ਉਹ ਸਿਲੰਡਰ ਬਣੀ ਸੀ। ਨਾਓ ਬੇਟਾ P ਪੁਆਇੰਟ ਦੇ ਵਿੱਚੋਂ ਜਿੱਥੇ ਅਸੀਂ ਬੇਟਾ ਇਲੈਕਟ੍ਰਿਕ ਫੀਲਡ ਨਿਕਾਲਣਾ ਹੈ ਇੱਕ ਅਸੀਂ ਬੇਟਾ ਗੌਸ਼ੀਅਨ ਸਰਫੇਸ ਨੂੰ ਡਰਾ ਕਰ ਦਿੱਤਾ। ਇਸ ਗੌਸ਼ੀਅਨ ਸਰਫੇਸ ਨੇ ਬੇਟਾ ਆਪਣੇ ਅੰਦਰ ਸਾਰਾ ਚਾਰਜ ਬੇਟਾ ਇਨਕਲੋਜ਼ ਕਰ ਲਿਆ। ਮੰਨ ਲਓ ਬੇਟਾ ਟੋਟਲ ਚਾਰਜ ਜਿਹੜਾ ਡਿਸਟ੍ਰੀਬਿਊਟ ਹੋਇਆ ਪਿਆ ਹੈ ਬੇਟਾ ਉਸ ਦੀ ਵੈਲਿਊ ਕੈਪੀਟਲ Q ਹੈ। ਤੇ ਆਹ ਬੇਟਾ ਤੁਹਾਡਾ ਗੌਸ਼ੀਅਨ ਸਰਫੇਸ ਹੋ ਗਿਆ। ਬਾਹਰ ਵਾਲਾ ਜਿਹੜਾ ਹੈ ਸਾਡੇ ਕੋਲ ਇਟ ਇਜ਼ ਕਾਲਡ ਗੌਸ਼ੀਅਨ ਸਰਫੇਸ। ਹਾਂਜੀ ਬੇਟਾ ਕਲੀਅਰ। ਅਸੀਂ ਬੇਟਾ ਹੁਣ ਗੌਸ਼ੀਅਨ ਸਰਫੇਸ ਦੇ ਉੱਤੇ ਬੇਟਾ ਇੱਕ ਸਮਾਲ ਇੱਕ ਏਰੀਆ ਐਲੀਮੈਂਟ ਲੈਂਦੇ ਹਾਂ। ਇਹ ਗੌਸ਼ੀਅਨ ਸਰਫੇਸ ਨੂੰ ਬੇਟਾ ਅਸੀਂ ਛੋਟੇ ਛੋਟੇ
ਏਰੀਆ ਐਲੀਮੈਂਟ ਵਿੱਚ ਬੇਟਾ ਅਸੀਂ ਡਿਵਾਈਡ ਕਰਤਾ। ਇੱਕ ਏਰੀਆ ਐਲੀਮੈਂਟ ਬੇਟਾ ਤੁਹਾਨੂੰ ਅਸੀਂ ਸ਼ੋਅ ਕੀਤਾ ਹੈ ਪੀ ਪੁਆਇੰਟ ਦੇ ਉੱਪਰ। ਇਸ ਦੇ ਉੱਪਰ ਬੇਟਾ ਅਸੀਂ ਇੱਕ ਪਰਪੈਂਡੀਕੂਲਰ ਆਊਟਵਰਡ ਲਾਈਨ ਡਰਾ ਕੀਤੀ ਐਂਡ ਦੈਟ ਰਿਪਰਜੈਂਟਸ ਦਾ ਏਰੀਆ ਵੈਕਟਰ। ਬੇਟਾ ਦਿਸ ਇਜ਼ ਦਾ ਏਰੀਆ ਵੈਕਟਰ ਪਰਪੈਂਡੀਕੂਲਰ ਟੂ ਦਾ ਸਰਫੇਸ ਏਰੀਆ। According to symmetry of the problem, electric field is also along the area vector। ਬੇਟਾ ਜਿਹੜਾ ਏਰੀਆ ਵੈਕਟਰ ਹੈ ਉਹ ਰੇਡੀਅਸ ਦੇ ਅਲੋਂਗ ਹੈ, ਇਲੈਕਟ੍ਰਿਕ ਫੀਲਡ ਵੀ ਬੇਟਾ ਰੇਡੀਅਲੀ ਆਊਟਵਰਡ ਹੈ। ਇਹ ਦੋਨੋਂ ਬੇਟਾ ਜਿਹੜੇ ਆਪਸ ਵਿੱਚ ਪੈਰਲਲ ਹੋਣ ਕਰਕੇ ਬੇਟਾ ਇਹਨਾਂ ਦੇ ਵਿੱਚ ਜਿਹੜਾ ਐਂਗਲ ਹੈ ਉਹ 0 ਆ ਗਿਆ। ਪਿਛਲੇ ਕੇਸ 'ਚ ਬੇਟਾ ਅਸੀਂ ਸਿਲੰਡਰ ਜਦੋਂ ਬਣਾਇਆ ਸੀ ਉਹਦੇ ਅਸੀਂ ਬੇਟਾ 3 ਪਾਰਟਸ ਕਰਤੇ ਸੀ, ਕਿਉਂਕਿ ਸਿਲੰਡਰ ਜਿਹੜਾ ਹੈ ਉਹਦਾ ਇੱਕ ਕਰਵਡ ਸਰਫੇਸ ਹੁੰਦਾ ਹੈ, 2 ਪਲੇਨ ਹੁੰਦੇ ਆ। ਬੇਟਾ ਐਰਕੀ ਜਿਹੜਾ ਹੈ ਅਸੀਂ ਸਫੀਅਰ ਨੂੰ ਇਸ ਤਰ੍ਹਾਂ ਪਾਰਟਸ ਵਿੱਚ ਬੇਟਾ ਅਸੀਂ ਡਿਵਾਈਡ ਨਹੀਂ ਕਰਨਾ, ਕਿਉਂਕਿ ਬੇਟਾ ਜਿੱਥੇ ਵੀ ਤੁਸੀਂ ਏਰੀਆ ਐਲੀਮੈਂਟ ਡਰਾ ਕਰੋਗੇ ਹਮੇਸ਼ਾ E ਤੇ DS ਬੇਟਾ ਹਮੇਸ਼ਾ ਹੀ ਜਿਹੜੇ ਨੇ ਉਹ ਪੈਰਲਲ ਹੀ ਆਣਗੇ। ਨਾਓ ਅਕੋਰਡਿੰਗ ਟੂ ਗੌਸੀਸ ਥਿਊਰਮ ਬੇਟਾ ਸਾਨੂੰ ਪਤਾ ਹੈ ਕਿ ਟੋਟਲ ਫਲਕਸ ਇਜ਼ ਗਿਵਨ ਬਾय ਟੋਟਲ ਇਨਸਾਈਡ ਚਾਰਜ ਡਿਵਾਈਡਡ ਬਾय ਐਪਸਾਈਲੋਨ ਨੋਟ। ਬੇਟਾ ਡਾਟ ਪ੍ਰੋਡਕਟ ਅਸੀਂ ਖੋਲ ਦਿੱਤੀ, ਸਾਡੇ ਕੋਲ ਬਣ ਗਿਆ EDS cos θ ਇਜ਼ ਇਕੁਅਲ ਟੂ Q ਇਨਸਾਈਡ ਓਵਰ ਐਪਸਾਈਲੋਨ ਨੋਟ। ਅਸੀਂ ਬੇਟਾ ਜਿਹੜਾ ਟੋਟਲ ਚਾਰਜ ਇਨਸਾਈਡ ਹੈ ਮੈਂ ਉੱਪਰ ਦੱਸਿਆ ਸੀ ਬੇਟਾ ਉਹ ਕਿੰਨਾ ਹੈ ਕੈਪੀਟਲ Q ਡਿਵਾਈਡਡ ਬਾय ਸਾਡੇ ਕੋਲ ਆ ਗਿਆ ਬੇਟਾ ਐਪਸਾਈਲੋਨ ਨੋਟ। ਪਰ ਬੇਟਾ E ਤੇ DS ਪੈਰਲਲ ਨੇ ਤੇ ਇਹਨਾਂ ਵਿੱਚ ਬੇਟਾ ਐਂਗਲ 0 ਡਿਗਰੀ ਹੈ ਤੇ ਬੇਟਾ ਅਸੀਂ ਇੱਥੇ ਥੀਟਾ ਦੀ ਜਗ੍ਹਾ ਤੇ ਅਸੀਂ ਇੱਥੇ 0 ਬੇਟਾ ਅਸੀਂ ਪੁੱਟ ਕਰ ਦਿੰਦੇ ਹਾਂ। ਜਦੋਂ ਬੇਟਾ ਅਸੀਂ ਇੱਥੇ 0 ਪੁੱਟ ਕੀਤਾ ਤੇ ਸਾਡੇ ਕੋਲ cos 0 ਦੀ ਜਿਹੜੀ ਵੈਲਿਊ ਹੈ ਉਹ 1 ਆਏਗੀ। ਸਾਡੇ ਕੋਲ ਆ ਜਾਏਗਾ ਬੇਟਾ EDS Q by epsilon naught। Now come to next page। Now EDS is equal to Q over epsilon naught। ਬੇਟਾ E यूनिफॉर्म है सरफेस ऑफ ਸਫੀਅਰ ਦਾ ਬੇਟਾ ਜਿਹੜਾ ਇਲੈਕਟ੍ਰਿਕ ਫੀਲਡ ਹੈ ਗੌਸੀਅਨ ਸਰਫੇਸ ਉੱਪਰ ਹਰ ਜਗ੍ਹਾ ਤੇ ਰੇਡੀਅਸ R ਹੈ। ਬੇਟਾ E ਨੂੰ ਇੰਟੈਗ੍ਰੇਸ਼ਨ ਵਿੱਚੋਂ ਬੇਟਾ ਅਸੀਂ ਬਾਹਰ ਕੱਢ ਦਿੱਤਾ, ਅੰਦਰ ਰਹਿ ਗਿਆ ਬੇਟਾ DS Q by epsilon naught ਤੇ ਬੇਟਾ DS ਦੀ ਜਿਹੜੀ ਹੈ ਇੰਟੈਗ੍ਰੇਸ਼ਨ it will become S is equal to Q by epsilon naught ਔਰ E ਮਲਟੀਪਲਾਈ। ਬੇਟਾ ਇੱਥੇ ਸਰਫੇਸ ਏਰੀਆ ਅਸੀਂ ਪੁੱਟ ਕਰਨਾ ਹੈ। ਇਹ ਸਰਫੇਸ ਏਰੀਆ ਬੇਟਾ ਗੌਸੀਅਨ ਸਰਫੇਸ ਦਾ ਹੈ ਤੇ ਬੇਟਾ ਗੌਸੀਅਨ ਸਰਫੇਸ ਦਾ ਜਿਹੜਾ ਰੇਡੀਅਸ ਸੀਗਾ ਉਹ R ਸੀ। ਇੱਥੇ ਆ ਗਿਆ ਬੇਟਾ 4 pi R ਸਕੁਅਰ ਇਕੁਅਲ ਟੂ Q by epsilon naught। ਬੇਟਾ 4 pi ਨੀਚੇ ਲੈ ਗਏ, ਸਾਡੇ ਕੋਲ ਆ ਗਿਆ ਬੇਟਾ 1 over 4 pi ਬੇਟਾ ਪਹਿਲਾ epsilon naught ਲਗਾ ਲਿਆ ਨਾਲ R ਸਕੁਅਰ ਬੇਟਾ ਉੱਪਰ Q ਆ ਗਿਆ। ਦਿਸ ਇਜ਼ ਦਾ ਫਾਰਮੂਲਾ ਫॉर ਇਲੈਕਟ੍ਰਿਕ ਫੀਲਡ ਆਊਟਸਾਈਡ ਦਾ ਸ਼ੈਲ। ਹਾਂਜੀ ਬੇਟਾ ਕਲੀਅਰ। ਇੱਕ ਚੀਜ਼ ਬੇਟਾ ਤੁਸੀਂ ਨੋਟ ਕੀਤੀ, ਇਹ ਫਾਰਮੂਲਾ ਬੇਟਾ ਸਿਮਿਲਰ ਹੈ ਜਿਸ ਤਰ੍ਹਾਂ ਦਾ ਬੇਟਾ ਇਲੈਕਟ੍ਰਿਕ ਫੀਲਡ ਜਿਹੜਾ ਹੈ ਇੱਕ ਪੁਆਇੰਟ ਚਾਰਜ ਦਾ ਹੁੰਦਾ ਹੈ। ਇਸ ਲਈ ਬੇਟਾ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਸ਼ੈਲ ਦਾ ਇਲੈਕਟ੍ਰਿਕ ਫੀਲਡ ਹੈ ਬੇਟਾ ਇਹ ਸਿਮਿਲਰ ਹੈ ਜਿਸ ਤਰ੍ਹਾਂ ਇੱਕ ਪੁਆਇੰਟ ਚਾਰਜ ਦਾ ਇਲੈਕਟ੍ਰਿਕ ਫੀਲਡ ਹੈ, ਪਰ ਅਸੀਂ ਮੰਨ ਕੇ ਚੱਲ ਸਕਦੇ ਹਾਂ ਕਿ ਪੁਆਇੰਟ ਚਾਰਜ ਜਿਹੜਾ ਹੈ ਬੇਟਾ ਸ਼ੈਲ ਦੇ ਸੈਂਟਰ ਤੇ ਪਿਆ ਹੈ। ਹਾਂਜੀ ਬੇਟਾ ਕਲੀਅਰ। Therefore, this electric field is same as if we consider a point charge is kept at the center of the sphere। ਹਾਂਜੀ ਬੇਟਾ ਇਹਨੂੰ ਅਸੀਂ ਇੱਕ ਵਾਰੀ ਡਾਇਗਰਾਮ ਤੋਂ ਬੇਟਾ ਦੁਬਾਰਾ ਦੇਖ ਲਓ। ਬੇਟਾ ਚਾਰਜ ਤੇ ਡਿਸਟ੍ਰੀਬਿਊਟ ਸ਼ੈਲ ਦੇ ਉੱਪਰ ਹੈ, ਪਰ ਬੇਟਾ ਅਸੀਂ ਆਊਟਸਾਈਡ ਫੀਲਡ ਨਿਕਾਲ ਰਹੇ ਹਾਂ ਤੇ ਸਾਡਾ ਬੇਟਾ ਜਿਹੜਾ ਇਲੈਕਟ੍ਰਿਕ ਫੀਲਡ ਦਾ ਫਾਰਮੂਲਾ ਆਇਆ ਹੈ it is 1 over 4 pi epsilon naught capital Q over ਬੇਟਾ R ਸਕੁਅਰ। ਬੇਟਾ ਚਾਰਜ ਇੱਥੇ ਹੈ, ਫੀਲਡ ਅਸੀਂ ਇੱਥੇ ਨਿਕਾਲ ਰਹੇ ਹਾਂ, ਪਰ ਬੇਟਾ ਡਿਸਟੈਂਸ ਜਿਹੜਾ ਬੇਟਾ ਸੈਂਟਰ ਤੋਂ ਆ ਗਿਆ। ਦੇਖੋ ਬੇਟਾ ਡਿਸਟੈਂਸ ਨੀਚੇ R ਆਇਆ ਹੈ, ਉਹ ਡਿਸਟੈਂਸ ਬੇਟਾ ਸੈਂਟਰ ਤੋਂ ਹੈ। ਇਹਦਾ ਮਤਲਬ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਜਿਸ ਤਰ੍ਹਾਂ ਬੇਟਾ ਸਾਰਾ ਚਾਰਜ ਸਾਡਾ ਬੇਟਾ ਕਿੱਥੇ ਪ੍ਰੈਜੈਂਟ ਹੋਵੇ, ਸੈਂਟਰ ਤੇ ਹੋਵੇ। ਹਾਂਜੀ ਬੇਟਾ ਕਲੀਅਰ। ਇਹ ਸਾਰਾ ਚਾਰਜ ਅਸੀਂ ਅਸਿਊਮ ਕਰ ਸਕਦੇ ਹਾਂ ਕਿ ਉਹ ਸ਼ੈਲ ਦੇ ਸੈਂਟਰ ਤੇ ਹੈ। ਹਾਂਜੀ ਕਲੀਅਰ। ਨਾਓ ਕਮ ਟੂ ਸੈਕੰਡ ਪੁਆਇੰਟ। when the observation point P is on the surface of the shell। ਬੇਟਾ ਦੂਸਰਾ ਕੇਸ, ਹੁਣ ਬੇਟਾ observation point ਬੇਟਾ ਸ਼ੈਲ ਦੇ ਉੱਪਰ ਹੀ ਹੈ। now this is the observation point P।
on the surface। बेटा गॉसिस थ्योरम ਜਿਹੜੀ ਹੈ ਉਹਨੂੰ ਅਪਲਾਈ ਕਰਨ ਵਾਸਤੇ ਸਾਨੂੰ ਪਹਿਲਾਂ ਇਸ ਚਾਰਜ ਨੂੰ ਇਨਕਲੋਜ਼ ਕਰਨਾ ਪਏਗਾ ਗੌਸੀਅਨ ਸਰਫੇਸ ਦੇ ਵਿੱਚ। ਤੇ ਬੇਟਾ ਇਸ ਕੇਸ ਵਿੱਚ ਜਿਹੜਾ ਧਿਆਨ ਨਾਲ ਸੋਚੋ ਕਿ ਗੌਸੀਅਨ ਸਰਫੇਸ ਜਿਹੜਾ ਹੈ ਹਮੇਸ਼ਾ ਉਸ ਪੁਆਇੰਟ ਦੇ ਵਿੱਚੋਂ ਨਿਕਾਲਣਾ ਹੁੰਦਾ ਹੈ ਜਿੱਥੇ ਬੇਟਾ ਅਸੀਂ ਇਲੈਕਟ੍ਰਿਕ ਫੀਲਡ ਜਿਹੜੀ ਹੈ ਫਾਈਂਡ ਆਊਟ ਕਰਨਾ। ਇੱਥੇ ਬੇਟਾ ਜਿਹੜਾ ਗੌਸੀਅਨ ਸਰਫੇਸ ਤੁਸੀਂ ਡਰਾ ਕਰੋਗੇ ਬੇਟਾ ਉਹਦਾ ਪੂਰਾ ਜਿਹੜਾ ਸਾਈਜ਼ ਹੈ ਬੇਟਾ ਉਹ ਸ਼ੈਲ ਦੇ ਇਕੁਅਲ ਹੀ ਆਏਗਾ, ਕਿਉਂਕਿ ਸਾਡਾ ਇਹ ਆਬਜ਼ਰਵੇਸ਼ਨ ਪੁਆਇੰਟ ਹੈ। ਪਹਿਲਾ ਬੇਟਾ ਆਬਜ਼ਰਵੇਸ਼ਨ ਪੁਆਇੰਟ ਬਾਹਰ ਸੀ ਤੇ ਸਾਡਾ ਗੌਸੀਅਨ ਸਰਫੇਸ ਦਾ ਸਾਈਜ਼ ਬੇਟਾ ਸਾਡਾ ਵੱਡਾ ਸੀ। ਐਰਕੀ ਆਬਜ਼ਰਵੇਸ਼ਨ ਪੁਆਇੰਟ ਬੇਟਾ ਸ਼ੈਲ ਦੇ ਉੱਪਰ ਹੈ। ਇਹਦਾ ਮਤਲਬ ਐਰਕੀ ਬੇਟਾ ਆਬਜ਼ਰਵੇਸ਼ਨ ਜਿਹੜਾ ਪੁਆਇੰਟ ਸ਼ੈਲ ਦੇ ਉੱਪਰ ਹੋਣ ਕਰਕੇ ਗੌਸੀਅਨ ਸਰਫੇਸ ਦਾ ਸਾਈਜ਼ ਜਿਹੜਾ ਹੈ ਬਿਲਕੁਲ ਸੇਮ ਹੋਏਗਾ ਬੇਟਾ ਐਜ਼ ਦੈਟ ਆਫ ਦਾ ਸ਼ੈਲ। ਦੈਨ ਯੂ ਕੈਨ ਰਾਈਟ ਸਾਡੇ ਕੋਲ ਬੇਟਾ ਜਿਹੜਾ ਸਮਾਲ ਆਰ ਹੈ ਉਸ ਦੀ ਵੈਲਿਊ ਬੇਟਾ ਸਾਡੀ ਕੈਪੀਟਲ ਆਰ ਦੀ ਇਕੁਅਲ ਹੋਏਗੀ। ਪਿਛਲੇ ਕੇਸ ਵਿੱਚ ਬੇਟਾ ਜਿਹੜਾ ਅਸੀਂ ਪਿੱਛੇ ਕੇਸ ਪੜ੍ਹਿਆ ਹੈ ਉੱਥੇ ਸਾਡੇ ਕੋਲ ਬੇਟਾ ਜਿਹੜਾ ਸਮਾਲ ਆਰ ਆ ਰਿਹਾ ਸੀ, ਇਹ ਜਿਹੜਾ ਸਮਾਲ ਆਰ ਹੈ ਇਟ ਇਜ਼ ਗ੍ਰੇਟਰ ਦੈਨ ਆਰ, ਰੇਡੀਅਸ ਨਾਲੋਂ ਬੇਟਾ ਇਹ ਜ਼ਿਆਦਾ ਸੀ। ਹੁਣ ਬੇਟਾ ਅਸੀਂ ਸਰਫੇਸ ਦੇ ਉੱਪਰ ਹਾਂ ਤੇ ਬੇਟਾ ਸਮਾਲ ਆਰ ਦੀ ਵੈਲਿਊ ਕੈਪੀਟਲ ਆਰ ਆਏਗੀ। ਦੇਅਰਫੋਰ ਸਾਡੇ ਕੋਲ ਬੇਟਾ ਇਲੈਕਟ੍ਰਿਕ ਫੀਲਡ ਦੀ ਜਿਹੜੀ ਵੈਲਿਊ ਆ ਜਾਏਗੀ ਔਨ ਦਾ ਸਰਫੇਸ 1/4 ਪਾਈ ਐਪਸੀਲਨ ਨੋਟ Q ਡਿਵਾਈਡਡ ਬਾਈ ਬੇਟਾ ਜਿੱਥੇ ਸਮਾਲ ਆਰ ਸੀ ਉਹਦੀ ਜਗ੍ਹਾ ਤੇ ਬੇਟਾ ਅਸੀਂ ਕੈਪੀਟਲ ਆਰ ਪੁੱਟ ਕਰਤਾ। ਵੈਰੀ ਸਿੰਪਲ ਵੇਦ ਵਿੱਚ ਬੇਟਾ ਤੁਸੀਂ ਇਹਨੂੰ ਕਰ ਸਕਦੇ ਹਾਂ। ਸਰਫੇਸ ਦੇ ਉੱਪਰ ਸ਼ੈਲ ਦੇ ਬੇਟਾ ਇਲੈਕਟ੍ਰਿਕ ਫੀਲਡ ਜਿਹੜਾ ਹੈ ਉਹ Q/R²। ਪਰ ਬੇਟਾ ਜੇ ਡਾਇਗਰਾਮ 'ਚ ਦੇਖੀਏ ਚਾਰਜ ਵੀ ਸਰਫੇਸ ਦੇ ਉੱਪਰ ਹੈ ਤੇ ਇਲੈਕਟ੍ਰਿਕ ਫੀਲਡ ਵੀ ਬੇਟਾ ਇੱਥੇ ਉਨਾ ਹੀ ਹੈ। ਬੇਟਾ ਅਸੀਂ ਪਿੱਛੇ ਡਿਸਕਸ ਕੀਤਾ ਇਹ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਬੇਟਾ ਸਾਰਾ ਚਾਰਜ ਜਿਹੜਾ ਹੈ ਬੇਟਾ ਸੈਂਟਰ 'ਤੇ ਕੰਸਨਟਰੇਟਿਡ ਹੈ, ਕਿਉਂਕਿ ਬੇਟਾ ਜੇ ਇੱਥੇ Q ਮੰਨਦੇ ਆ ਤੇ ਬੇਟਾ ਇਸ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਨਿਕਾਲਾਂਗੇ ਤੇ ਬੇਟਾ ਇਹ ਪਿੱਛੇ ਡਿਸਕਸ ਕੀਤਾ 1/4 ਪਾਈ ਐਪਸੀਲਨ ਨੋਟ Q/R²। ਸ਼ੈਲ ਵਾਲੇ ਕੇਸ 'ਚ ਬੇਟਾ ਸਾਰਾ ਚਾਰਜ ਸ਼ੈਲ ਦੇ ਸਰਫੇਸ ਤੇ ਹੁੰਦਾ ਹੈ ਤੇ ਬੇਟਾ ਜਦੋਂ ਇਲੈਕਟ੍ਰਿਕ ਫੀਲਡ ਨਿਕਾਲਿਆ ਜਾਂਦਾ ਹੈ ਔਨ ਦਾ ਸਰਫੇਸ ਜਾਂ ਬੇਟਾ ਆਊਟਸਾਈਡ ਇਸ ਤਰ੍ਹਾਂ ਲੱਗਦਾ ਬੇਟਾ ਜਿਸ ਤਰ੍ਹਾਂ ਇਲੈਕਟ੍ਰਿਕ ਫੀਲਡ ਡਿਊ ਟੂ ਪੁਆਇੰਟ ਚਾਰਜ ਦਾ ਬੇਟਾ ਅਸੀਂ ਨਿਕਾਲ ਰਹੇ ਹਾਂ। ਨਾਓ ਕਮ ਟੂ point 3 beta case third, when the observation point P lies inside the shell, beta shell ਦੇ ਅੰਦਰ ਹੈ ਬੇਟਾ ਆ ਸਾਡੇ ਕੋਲ hollow sphere shell ਜਿਸ ਦਾ radius ਬੇਟਾ r ਹੈ ਬੇਟਾ here is the observation point P, this is the radius r। now ਬੇਟਾ ਜਿਹੜਾ r ਹੈ ਕੈਪੀਟਲ ਆਰ ਨਾਲ ਘੱਟ ਹੈ, ਜਿਹੜਾ ਡਿਸਟੈਂਸ ਹੈ ਜਿਹੜਾ r ਉਹ ਰੇਡੀਅਸ ਆਫ ਦਾ ਸ਼ੈਲ ਨਾਲ ਬੇਟਾ ਘੱਟ ਹੈ। ਬੇਟਾ ਸਾਨੂੰ ਪਤਾ ਹੈ ਕਿ ਜਿੱਥੇ ਅਸੀਂ ਇਲੈਕਟ੍ਰਿਕ ਫੀਲਡ ਨਿਕਾਲਣਾ ਹੁੰਦਾ ਹੈ ਤੇ ਗੌਸੀਅਸ ਥਿਊਰਮ ਦੇ ਅਕੋਰਡਿੰਗ ਬੇਟਾ ਉਸ ਪੁਆਇੰਟ ਦੇ ਵਿੱਚੋਂ ਅਸੀਂ ਇੱਕ ਗੌਸੀਅਨ ਜਿਹੜਾ ਹੈ ਸਰਫੇਸ ਨੂੰ ਬੇਟਾ ਅਸੀਂ ਡਰਾ ਕਰਦੇ ਹਾਂ। ਜਦੋਂ ਬੇਟਾ ਅਸੀਂ ਇੱਥੇ ਗੌਸੀਅਨ ਸਰਫੇਸ ਅਸੀਂ ਡਰਾ ਕੀਤਾ ਦੈਨ ਗੌਸੀਅਨ ਸਰਫੇਸ ਦਾ ਬੇਟਾ ਜਿਹੜਾ ਸਾਈਜ਼ ਹੈ ਤੁਸੀਂ ਦੇਖ ਰਹੇ ਹੋ ਬੇਟਾ that will be smaller than the shell। ਬੇਟਾ ਗੌਸੀਅਨ ਸਰਫੇਸ ਅੰਦਰ ਹੈ। ਕੀ ਇਸ ਗੌਸੀਅਨ ਸਰਫੇਸ ਨੇ ਬੇਟਾ ਕੋਈ ਚਾਰਜ ਇਨਕਲੋਜ਼ ਕੀਤਾ? ਬੇਟਾ ਚਾਰਜ ਤੇ ਬਾਹਰ ਹੈ। ਇਸ ਗੌਸੀਅਨ ਸਰਫੇਸ ਨੇ ਬੇਟਾ ਆਪਣੇ ਅੰਦਰ ਕੋਈ ਵੀ ਚਾਰਜ ਇਨਕਲੋਜ਼ ਨਹੀਂ ਕੀਤਾ ਤੇ ਬੇਟਾ ਬਾਹਰ ਵਾਲਾ ਜਿਹੜਾ ਚਾਰਜ ਹੈ ਉਹ ਫਲਕਸ ਵਿੱਚ ਬੇਟਾ ਬਿਲਕੁਲ ਵੀ ਕੰਟਰੀਬਿਊਟ ਨਹੀਂ ਕਰਦਾ। ਸ਼ੈਲ ਦੇ ਅੰਦਰ ਗੌਸੀਅਨ ਸਰਫੇਸ ਦੇ ਅੰਦਰ ਬੇਟਾ ਚਾਰਜ 0 ਹੋਣ ਕਰਕੇ ਬੇਟਾ ਸਾਡੇ ਕੋਲ ਹੁਣ ਇੱਥੋਂ ਜਿਹੜਾ ਫਲਕਸ ਨਿਕਾਲਾਂਗੇ E ਵੈਕਟਰ ਡਾਟ ds ਇਜ਼ ਇਕੁਅਲ ਟੂ ਬੇਟਾ ਅਸੀਂ ਲਿਖਦੇ ਹਾਂ Q ਇਨਸਾਈਡ ਬਾਈ ਐਪਸਾਈਲਨ ਨੋਟ। ਬਟ ਬੇਟਾ ਜਿਹੜਾ Q ਇਨਸਾਈਡ ਹੈ ਉਹ ਬੇਟਾ 0 ਹੈ, ਚਾਰਜ ਤੇ ਬੇਟਾ ਅੰਦਰ 0 ਹੋ ਗਿਆ। ਜੇ ਆ 0 ਹੋ ਗਿਆ ਬੇਟਾ ਇਹਦਾ ਸਾਡੇ ਕੋਲ ਜਿਹੜਾ ਹੈ ਫਲਕਸ ਇਜ਼ ਇਕੁਅਲ ਟੂ 0। ਜੇ ਫਲਕਸ 0 ਹੈ ਬੇਟਾ ਨੂੰ ਖੋਲਦੇ ਹਾਂ ਤੇ ਸਾਡੇ ਕੋਲ ਬੇਟਾ ਜਿਹੜਾ ਹੈ ਇਲੈਕਟ੍ਰਿਕ ਫੀਲਡ ਵੀ ਸਾਡੇ ਕੋਲ ਜਿਹੜਾ ਹੈ ਉਹ 0 ਆਏਗਾ। ਇਹ ਫਲਕਸ ਇਜ਼ 0 ਦੈਨ ਬੇਟਾ ਚਾਰਜ ਵੀ ਨਹੀਂ ਹੈ ਅੰਦਰ, ਇਹਦਾ ਮਤਲਬ ਅੰਦਰ ਬੇਟਾ ਇਲੈਕਟ੍ਰਿਕ ਫੀਲਡ ਜਿਹੜਾ ਹੈ ਉਹ 0 ਹੋਏਗਾ। ਬੇਟਾ ਇਹ ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈ
ਕਿ ਸ਼ੈੱਲ ਦੇ ਅੰਦਰ ਇਲੈਕਟ੍ਰਿਕ ਫੀਲਡ ਕਿੰਨਾ ਹੁੰਦਾ ਹੈ। ਸ਼ੈੱਲ ਦੇ ਅੰਦਰ ਬੇਟਾ ਇਲੈਕਟ੍ਰਿਕ ਫੀਲਡ ਜਿਹੜਾ ਹੈ ਉਹ 0 ਹੁੰਦਾ ਹੈ। ਹਾਂਜੀ ਬੇਟਾ ਕਲੀਅਰ। ਸਾਰਾ ਚਾਰਜ ਸਰਫੇਸ ਦੇ ਉੱਪਰ ਹੈ, ਸ਼ੈੱਲ ਦੇ ਅੰਦਰ ਇਲੈਕਟ੍ਰਿਕ ਫੀਲਡ 0 ਹੈ। ਕਿ ਜੇ ਸ਼ੈੱਲ ਦੇ ਅੰਦਰ ਬੇਟਾ ਇਲੈਕਟ੍ਰਿਕ ਫੀਲਡ 0 ਹੈ, ਕਿ ਅੰਦਰ ਪੋਟੈਂਸ਼ੀਅਲ ਵੀ 0 ਹੋਏਗਾ? ਨੋ ਬੇਟਾ। E ਇਜ਼ ਇਕੁਅਲ ਟੂ, ਅੱਗੇ ਵੀ ਬੇਟਾ ਅਸੀਂ ਡਿਸਕਸ ਕੀਤਾ ਹੈ, E ਇਜ਼ ਇਕੁਅਲ ਟੂ dV/dr, ਇਲੈਕਟ੍ਰਿਕ ਫੀਲਡ ਇਜ਼ ਇਕੁਅਲ ਟੂ ਪੋਟੈਂਸ਼ੀਅਲ ਗ੍ਰੇਡੀਐਂਟ। ਬੇਟਾ ਇਹ ਪਾਰਟ ਤੁਸੀਂ ਆਰਟੀਕਲ 'ਚ ਨਹੀਂ ਕਰਨਾ, ਇਹ ਬੇਟਾ ਤੁਸੀਂ ਯਾਦ ਰੱਖਣਾ ਹੈ। ਇਟ ਇਜ਼ ਅ ਕਨਸੈਪਚੁਅਲ ਪ੍ਰੋਬਲਮ। E ਇਜ਼ ਇਕੁਅਲ ਟੂ dV/dr, ਬੇਟਾ ਇਲੈਕਟ੍ਰਿਕ ਫੀਲਡ ਸ਼ੈੱਲ ਦੇ ਅੰਦਰ 0 ਹੋਣ ਕਰਕੇ ਸਾਡਾ dV/dr ਪੋਟੈਂਸ਼ੀਅਲ ਗ੍ਰੇਡੀਐਂਟ 0 ਆਏਗਾ। ਬੇਟਾ ਜੇ ਆ ਡਿਫਰੈਂਸ਼ੀਏਸ਼ਨ 0 ਹੈ ਤੇ ਬੇਟਾ V ਸਾਡਾ ਬੇਟਾ ਸਾਡੇ ਕੋਲ ਆ ਜਾਏਗਾ ਕੌਂਸਟੈਂਟ। ਇਹਦਾ ਮਤਲਬ ਸ਼ੈੱਲ ਦੇ ਅੰਦਰ ਪੋਟੈਂਸ਼ੀਅਲ ਬੇਟਾ ਹਰ ਇੱਕ ਜਗ੍ਹਾ ਤੇ ਕੌਂਸਟੈਂਟ ਹੋਏਗਾ ਤੇ ਬੇਟਾ ਅੰਦਰ ਇਲੈਕਟ੍ਰਿਕ ਫੀਲਡ ਜਿਹੜਾ ਹੈ ਉਹ 0 ਹੈ। ਇਟ ਮੀਨਸ ਕਿਸੇ ਵੀ ਬੇਟਾ ਡੈਲੀਕੇਟ ਇੰਸਟਰੂਮੈਂਟ ਨੂੰ ਅਸੀਂ ਸਟਰੋਂਗ ਇਲੈਕਟ੍ਰਿਕ ਫੀਲਡ ਤੋਂ ਬੇਟਾ ਬਚਾਉਣਾ ਹੋਵੇ ਤੇ ਬੇਟਾ ਸਾਡੇ ਕੋਲ ਇੱਕ ਜਿਹੜਾ ਹੈ ਇਹਦਾ ਹੱਲ ਹੈ ਕਿ ਅਸੀਂ ਉਸ ਡੈਲੀਕੇਟ ਇੰਸਟਰੂਮੈਂਟ ਨੂੰ ਅਸੀਂ ਕਲੋਜ਼ਡ ਸਰਫੇਸ ਦੇ ਵਿੱਚ ਅੰਦਰ ਬੇਟਾ ਉਹਨੂੰ ਬੰਦ ਕਰ ਦਾਂਗੇ। ਕਿਸੇ ਵੀ ਕਲੋਜ਼ਡ ਸਰਫੇਸ ਦੇ ਵਿੱਚ ਅਸੀਂ ਜੇਕਰ ਕਿਸੇ ਡੈਲੀਕੇਟ ਇੰਸਟਰੂਮੈਂਟ ਨੂੰ ਬੰਦ ਕਰ ਦਈਏ ਤਾਂ ਉਹ ਵਿੱਚ ਬੇਟਾ ਇਲੈਕਟ੍ਰਿਕ ਫੀਲਡ ਤੋਂ ਬਚ ਸਕਦਾ ਹੈ। ਜਿਸ ਤਰ੍ਹਾਂ ਬੇਟਾ ਅਸੀਂ ਕਹਿੰਦੇ ਹਾਂ ਕਿ ਇਟ ਇਜ਼ ਵੈਰੀ ਡੇਂਜਰਸ ਟੂ ਸਟੈਂਡ ਅੰਡਰ ਟਰੀ ਡਿਊਰਿੰਗ ਰੇਨ। ਬੇਟਾ ਬਾਰਿਸ਼ ਆ ਰਹੀ ਹੈ ਤੇ ਤੁਸੀਂ ਪੇੜ ਦੇ ਥੱਲੇ ਖੜੇ ਜੇ, ਇਹ ਬੇਟਾ ਖਤਰਨਾਕ ਕੰਮ ਹੈ ਕਿਉਂਕਿ ਬਾਰਿਸ਼ ਕਰਕੇ ਸਾਡੀ ਬਾਡੀ ਬੇਟਾ ਗਿੱਲੀ ਹੁੰਦੀ ਹੈ ਤੇ ਬੇਟਾ ਸਾਨੂੰ ਜਿਹੜਾ ਇਲੈਕਟ੍ਰਿਕ ਫੀਲਡ ਦਾ ਖਤਰਾ ਹੈ। ਉਸ ਟਾਈਮ ਤੇ ਬੇਟਾ ਅਸੀਂ ਕੀ ਕਰ ਸਕਦੇ ਹਾਂ, ਸਾਨੂੰ ਜਿਹੜਾ ਹੈ ਕਲੋਜ਼ਡ ਕੰਡਕਟਰ ਦੇ ਵਿੱਚ ਆਪਣੇ ਆਪ ਨੂੰ ਬੇਟਾ ਬੰਦ ਕਰਨਾ ਪਏਗਾ। ਬੇਟਾ ਕਾਰ ਹੈ, ਕੋਈ ਬੱਸ ਹੈ, ਬੇਟਾ ਉਹਦੀ ਜਿਹੜੀ ਬਾਡੀ ਹੈ ਉਹ ਕਲੋਜ਼ਡ ਜਿਹੜਾ ਕੰਡਕਟਰ ਦਾ ਕੰਮ ਕਰਦੀ ਹੈ, ਉਹਦੇ ਵਿੱਚ ਬੇਟਾ ਅਸੀਂ ਜਿਹੜਾ ਹਾਂ ਸੇਫ ਰਹਿੰਦੇ ਹਾਂ ਕਿਉਂਕਿ ਕਲੋਜ਼ਡ ਕੰਡਕਟਰ ਦੇ ਅੰਦਰ ਸ਼ੈੱਲ ਦੇ ਅੰਦਰ ਬੇਟਾ ਇਲੈਕਟ੍ਰਿਕ ਫੀਲਡ ਜਿਹੜਾ ਹੈ ਉਹ 0 ਹੁੰਦਾ ਹੈ। ਹਾਂਜੀ ਬੇਟਾ ਕਲੀਅਰ। ਨਾਓ ਬੇਟਾ ਜਿਹੜੇ 3 ਕੇਸਿਸ ਅਸੀਂ ਪੜ੍ਹੇ ਨੇ, ਇਹ ਤਿੰਨਾਂ ਕੇਸਿਸ ਦਾ ਬੇਟਾ ਅਸੀਂ ਪਹਿਲਾਂ ਰਿਜ਼ਲਟ ਲਿਖ ਲੈਂਦੇ ਹਾਂ ਤੇ ਬੇਟਾ ਅਸੀਂ ਦੇਖਦੇ ਹਾਂ ਕਿ ਕਿਸ ਪੁਆਇੰਟ ਦੇ ਉੱਪਰ ਇਲੈਕਟ੍ਰਿਕ ਫੀਲਡ ਸਭ ਨਾਲੋਂ ਜ਼ਿਆਦਾ ਹੈ, ਕਿੱਥੇ ਘੱਟ ਹੈ ਤੇ ਬੇਟਾ ਕਿੱਥੇ ਉਹ 0 ਹੈ ਤੇ ਬੇਟਾ ਕਿਹਦਾ ਅਸੀਂ ਗ੍ਰਾਫ ਵੀ ਡਰਾ ਕਰਦੇ ਹਾਂ। ਆਓ ਬੇਟਾ ਅਸੀਂ ਪੜ੍ਹਿਆ ਕਿ ਇਲੈਕਟ੍ਰਿਕ ਫੀਲਡ ਜਿਹੜਾ ਹੈ ਇਨਸਾਈਡ ਦਾ ਸ਼ੈੱਲ ਉਹਦੀ ਵੈਲਿਊ ਬੇਟਾ 0 ਹੈ, ਕੋਈ ਚਾਰਜ ਇਨਕਲੋਜ਼ ਨਹੀਂ ਕੀਤਾ। ਇਲੈਕਟ੍ਰਿਕ ਫੀਲਡ ਔਨ ਦਾ ਸਰਫੇਸ ਬੇਟਾ ਉਸ ਟਾਈਮ ਤੇ ਡਿਸਟੈਂਸ ਰੇਡੀਅਸ ਦੇ ਇਕੁਅਲ ਹੋ ਜਾਏਗਾ। ਇਲੈਕਟ੍ਰਿਕ ਫੀਲਡ ਆਊਟਸਾਈਡ ਦਾ ਸ਼ੈੱਲ। ਹਾਂਜੀ ਬੇਟਾ ਕਲੀਅਰ। ਬੇਟਾ ਇਸ ਚੀਜ਼ ਤੋਂ ਇੱਕ ਚੀਜ਼ ਕਲੀਅਰ ਹੁੰਦੀ ਹੈ ਕਿ ਸਾਡੇ ਕੋਲ ਬੇਟਾ ਜਿਹੜਾ ਇਲੈਕਟ੍ਰਿਕ ਫੀਲਡ ਹੈ ਉਹ ਬੇਟਾ ਇਨਵਰਸਲੀ ਪ੍ਰਪੋਰਸ਼ਨਲ ਟੂ ਆਰ ਸਕੁਏਅਰ। ਬੇਟਾ ਡਿਸਟੈਂਸ ਦੇ ਸਕੁਏਅਰ ਦੇ ਬੇਟਾ ਇਨਵਰਸਲੀ ਪ੍ਰਪੋਰਸ਼ਨਲ ਹੈ। ਜਿੱਥੇ ਆਰ ਘੱਟ ਹੋਏਗਾ ਉੱਥੇ ਇਲੈਕਟ੍ਰਿਕ ਫੀਲਡ ਬੇਟਾ ਸਾਡਾ ਜ਼ਿਆਦਾ ਹੋਏਗਾ। ਬੇਟਾ ਇਹ ਆਰ ਆਊਟਸਾਈਡ ਸ਼ੈੱਲ ਵਾਸਤੇ ਹੈ, ਇੱਥੇ ਬੇਟਾ ਆਰ ਦੀ ਵੈਲਿਊ ਕੈਪੀਟਲ ਆਰ ਨਾਲੋਂ ਜ਼ਿਆਦਾ ਹੈ ਕਿਉਂਕਿ ਆਊਟਸਾਈਡ ਦਾ ਸ਼ੈੱਲ ਤੇ ਗੌਸੀਅਨ ਸਰਫੇਸ ਬੇਟਾ ਆਊਟਸਾਈਡ ਹੈ, ਆਰ ਦੀ ਵੈਲਿਊ ਬੇਟਾ ਕੈਪੀਟਲ ਆਰ ਨੂੰ ਜ਼ਿਆਦਾ ਹੈ। ਇੱਥੇ ਬੇਟਾ ਔਨ ਦਾ ਸਰਫੇਸ ਦੇ ਉੱਪਰ ਹੈ ਤੇ ਬੇਟਾ ਇਨਸਾਈਡ ਤੇ ਇਲੈਕਟ੍ਰਿਕ ਫੀਲਡ ਸਾਡਾ ਹੈ 0। ਜੇ ਬੇਟਾ ਇਹਦਾ ਅਸੀਂ ਗ੍ਰਾਫ ਪਲਾਟ ਕਰਦੇ ਹਾਂ ਇਲੈਕਟ੍ਰਿਕ ਫੀਲਡ ਤੇ ਬੇਟਾ ਡਿਸਟੈਂਸ ਦੇ ਵਿੱਚ, this is the center of the shell and here is the electric field and here is the distance। ਬੇਟਾ ਇਹ ਜਿਹੜਾ ਪੁਆਇੰਟ ਹੈ ਸਪੋਜ਼ ਇੱਥੇ ਬੇਟਾ ਰੇਡੀਅਸ ਆਫ ਸਾਡਾ ਸ਼ੈੱਲ ਹੈ। ਨਾਓ ਜੇ ਬੇਟਾ ਅਸੀਂ ਇਸ ਪੁਆਇੰਟ ਤੇ ਗੱਲ ਕਰੀਏ, ਇਹਦਾ ਮਤਲਬ ਅਸੀਂ ਬੇਟਾ ਹਾਲੇ ਸ਼ੈੱਲ ਦੇ ਇਨਸਾਈਡ ਹਾਂ ਤੇ ਬੇਟਾ ਸ਼ੈੱਲ ਦੇ ਅੰਦਰ ਇਲੈਕਟ੍ਰਿਕ ਫੀਲਡ ਦੀ ਵੈਲਿਊ 0, ਇੱਥੇ ਵੀ ਇਲੈਕਟ੍ਰਿਕ ਫੀਲਡ ਦੀ ਵੈਲਿਊ 0 ਹੋਏਗੀ। ਹਰ ਇੱਕ ਜਗ੍ਹਾ ਤੇ ਬੇਟਾ ਇਲੈਕਟ੍ਰਿਕ ਫੀਲਡ ਦੀ ਵੈਲਿਊ ਬੇਟਾ 0 ਆਏਗੀ ਕਿਉਂਕਿ ਬੇਟਾ ਅਸੀਂ ਆਹ ਸਾਡਾ ਰੇਡੀਅਸ ਹੈ ਤੇ ਬੇਟਾ ਅਸੀਂ ਜਿਹੜਾ ਹੈ ਸ਼ੈੱਲ ਦੇ ਇਨਸਾਈਡ ਹਾਂ। ਜਦੋਂ ਬੇਟਾ ਅਸੀਂ ਔਨ ਦਾ ਸਰਫੇਸ ਤੇ ਪਹੁੰਚੇ, ਜਦੋਂ ਸਾਡਾ ਡਿਸਟੈਂਸ ਰੇਡੀਅਸ ਦੇ ਜਿਹੜਾ ਹੈ ਇਕੁਅਲ ਹੋ ਗਿਆ ਔਨ ਦਾ ਸਰਫੇਸ, ਬੇਟਾ ਸਾਡਾ ਇਲੈਕਟ੍ਰਿਕ ਫੀਲਡ ਜਿਹੜਾ ਹੈ ਇੱਕਦਮ ਉਹ ਮੈਕਸਿਮਮ ਆਏਗਾ। ਜਿੰਨੀ ਵੈਲਿਊ ਆਣੀ ਹੈ ਬੇਟਾ ਉਹ
ਮੈਕਸਿਮਮ ਸ਼ੋ ਕਰੇਗਾ ਔਨ ਦਾ ਸਰਫੇਸ ਐਂਡ ਡੈਟ ਰਿਪਰਜੈਂਟਸ ਦਾ ਵੈਲਿਊ ਆਫ ਇਲੈਕਟ੍ਰਿਕ ਫੀਲਡ ਵਿਚ ਇਜ਼ ਇਕੁਅਲ ਟੂ Q divided by 4 pi epsilon naught r square. This is the value of electric field on the surface. हाँ जी बेटा क्लियर। एकदम इलैक्ट्रिक फील्ड बेटा इत्थे वध गया, पहला एकदम बेटा 0 सी, एकदम सरफेस से आके इलैक्ट्रिक फील्ड की वैल्यू बेटा असीं इत्थे मान ली। उस तो बाद बेटा जो असीं इस तो अगे निकल जाते हाँ, बाहर निकल जाते हैं, सानू पता है बेटा इलैक्ट्रिक फील्ड इनवर्सली प्रोपोर्शन टू आर स्केयर है, तो बेटा आ जिहड़ा इलैक्ट्रिक फील्ड है एकदम बेटा यह अपनी जिहड़ी वैल्यू है वो डिक्रीज करेगा लाइक दिस। दिस इज़ द वेरिएशन ऑफ इलैक्ट्रिक फील्ड ऑफ spherical shell. Now we are going to write the formulae बेटा ਜਿਹੜੇ ਅਸੀਂ ਉੱਪਰ ਫਾਰਮੂਲੇ ਪੜ੍ਹੇ ਆ ਇਹਨੂੰ ਅਸੀਂ ਬੇਟਾ ਹੁਣ ਚੇਂਜ ਕਰ ਲੱਗੇ ਹਾਂ ਇਨ ਟਰਮ ਆਫ ਸਰਫੇਸ ਚਾਰਜ ਡੈਂਸਿਟੀ, ਜਿਹਨੂੰ ਬੇਟਾ ਅਸੀਂ ਸਿਗਮਾ ਲਿਖਿਆ ਹੈ। बेटा ਜਿਹੜਾ सिग्मा है सरफेस चार्ज डेंसिटी, इसका फार्मूला बेटा चार्ज डिवाइडेड बाय सरफेस एरिया, तो बेटा शैल के उपर चार्ज है तो शैल का बेटा सरफेस एरिया 4 पाई आर स्केयर। सरफेस चार्ज डेंसिटी का फार्मूला बेटा चार्ज डिवाइडेड बाय सरफेस एरिया। दिस इंपलाई बेटा ये असी कैपीटल क्यू की वैल्यू निकालते हाँ, इनू ये मल्टीप्लाई कर देंगे सिग्मा मल्टीप्लाई बाय 4 पाई आर स्क्वेयर। हाँ जी क्लीयर। देयरफॉर बेटा साडा जिहड़ा इलैक्ट्रिक फील्ड है इसका फार्मूला पहला असी बेटा फार्मूला लैन लगे हाँ आउटसाइड वाला, पॉइंट साडा आउटसाइड है बेटा उसका फार्मूला सीगा 1/4 पाई एप्सिलॉन नॉट बेटा Q डिवाइडेड बाय आर स्क्वायर। यह फार्मूला तुसी पिछे पढ़िया जदों ऑब्जरवेशन पॉइंट आउटसाइड द शैल, बेटा Q की वैल्यू असी आ पुट कर देने हाँ 1/4 पाई एप्सिलॉन नॉट बेटा सिग्मा मल्टीप्लाई बाय 4 पाई आर स्क्वायर डिवाइडेड बाय स्मॉल आर स्क्वायर। बेटा 4 पाई नाल 4 पाई साडा जिहड़ा है कैंसल हो गया, साडे कोल बेटा आ गया सिग्मा नाल बेटा साडे कोल नीचे आएगा एप्सिलॉन नॉट, तो बेटा आर स्क्वायर डिवाइडेड बाय स्मॉल आर स्क्वायर। यह फार्मूला बेटा तां लगाना है जदों असी ऑब्जरवेशन पॉइंट आउटसाइड लिया है। हाँ जी बेटा क्लीयर। दूसरा बेटा जदों ऑन द सरफेस की गल करिए उदों बेटा साडे कोल तुसी फार्मूला रिकॉल करो Q डिवाइडेड बाय बेटा नीचे की होएगा ऑन द सरफेस है तो साडे कोल इत्थे रेडियस ही आएगा, तो बेटा असी वैल्यू पुट कर देने हाँ 1/4 पाई एप्सिलॉन नॉट बेटा Q की जगह के उत्ते साडे कोल सिग्मा मल्टीप्लाई बाय 4 पाई आर स्क्वायर डिवाइडेड बाय बेटा साडे कोल आर स्क्वायर। बेटा एर की आर स्क्वायर नाल आर स्क्वायर भी कैंसल, 4 पाई ना बेटा 4 पाई कैंसल एंड वी गेट ओनली सिग्मा बाय एप्सिलॉन नॉट। बेटा यह फार्मूला ऑन द सरफेस ऊपर बेटा इलैक्ट्रिक फील्ड, सिमिलरली बेटा इलैक्ट्रिक फील्ड जिहड़ा इन साइड है बेटा वो तो साडे कोल 0 ही है। हाँ जी बेटा क्लीयर। इस तो बाद बेटा जिहड़ी नैक्सट एप्लीकेशन है वो बेटा असी अगले लैक्चर में असी डिस्कस करते हाँ। थैंक यू।